ਸਾਡੇ ਲੋਕਤੰਤਰ ਦੇ ਪ੍ਰਮੁੱਖ ਸਤੰਭ ਨਿਆਂਪਾਲਿਕਾ ਨੇ ਜੋ ਉਸ ਦੇ ਵਿੱਚ ਆਪਣਾ ਅਹਿਮ ਯੋਗਦਾਨ ਨਿਭਾਇਆ ਹੈ ਔਰ ਇਹਨਾਂ ਦੀ ਮੁੜ ਬਹਾਲੀ ਹੋਈ ਹੈ। ਮੈਂ ਸਮੂਹ ਸਾਥੀਆਂ ਨੂੰ ਜਿੱਥੇ ਵਧਾਈ ਦਿੰਦਾ ਉੱਥੇ ਇਹੀ ਆਸ ਕਰਦਾ ਹਾਂ ਕਿ ਮੁੜ ਦੁਬਾਰਾ ਨਵੇਂ ਜੋਸ਼ ਦੇ ਨਾਲ ਇਹ ਲੋਕ ਸੇਵਾ ਦੇ ਵਿੱਚ ਜੁਟ ਜਾਣਗੇ, ਕਿਉਂਕਿ ਇਹ ਚੁਣ ਕੇ ਨੁਮਾਇੰਦੇ ਆਏ ਸਨ ਔਰ ਲੰਬਾ ਸਮਾਂ ਇਹਨਾਂ ਨੇ ਲੋਕ ਸੇਵਾ ਕੀਤੀ ਹੈ। ਕੁਝ ਸਮਾਂ ਰਹਿੰਦਾ ਸੀ ਹੱਲੇ ਇਹਨਾਂ ਦੀਆਂ ਟਰਮ ਪੂਰੀ ਹੋਣ ਦੇ ਵਿੱਚ। ਹੁਣ ਇਸ ਨੂੰ ਮੁੜ ਸੁਰਜੀਤੀ ਕਰਕੇ ਤੇ ਮੁੜ ਦੁਬਾਰਾ ਹਿੰਮਤ ਤੇ ਉਦਮ ਦੇ ਨਾਲ ਇਹ ਨਵਾਂ ਹਮਲਾ ਮਾਰਨ ਤੇ ਲੋਕ ਸੇਵਾ ਦੇ ਵਿੱਚ ਨਵੇਂ ਮੀਲ ਪੱਥਰ ਕੱਢਣ ਦੇ ਵਿੱਚ ਇਹਨਾਂ ਦਾ ਅਹਿਮ ਯੋਗਦਾਨ ਹੋਣ ਵਾਲਾ ਹੈ। ਆਉਂਦੀਆਂ ਲੋਕ ਸਭਾ ਚੋਣਾਂ ਦੇ ਸਨਮੁਖ ਮੈਂ ਆਪ ਸਭ ਸਾਥੀਆਂ ਅੱਗੇ ਬੇਨਤੀ ਕਰਨੀ ਚਾਹੂੰਗਾ ਕਿ ਜਿਸ ਤਰ੍ਹਾਂ ਪਿਛਲੇ 2.5 ਦਹਾਕਿਆਂ ਤੋਂ ਲੋਕ ਸਭਾ ਹਲਕਾ ਗੁਰਦਾਸਪੁਰ ਦੇ ਵਿੱਚ ਹਮੇਸ਼ਾ ਇੱਕ ਵਾਰ ਨੂੰ ਛੱਡ ਕੇ ਬਾਹਰ ਤੋਂ ਹੀ ਉਮੀਦਵਾਰ ਆਉਂਦੇ ਰਹੇ ਹਨ ਅਤੇ ਲੋਕ ਸਭਾ 'ਚ ਸਾਡੀ 25 ਲੱਖ ਲੋਕਾਂ ਦੀ ਔਰ 15 ਲੱਖ ਤੋਂ ਵੱਧ ਵੋਟਰਾਂ ਦੀ ਨੁਮਾਇੰਦਗੀ ਕੀਤੀ ਹੈ। ਲੇਕਿਨ ਹਾਲਾਤ ਇਹ ਰਹੇ ਨੇ ਕਿ ਪਿਛਲੇ 10 ਸਾਲਾਂ ਦੇ ਵਿੱਚ ਜਦੋਂ ਕਿ ਐਨਡੀਏ ਦੀ ਕੇਂਦਰ ਦੇ ਵਿੱਚ ਸਰਕਾਰ ਸੀ, ਸਾਰੇ ਲੋਕ ਸਭਾ ਹਲਕੇ ਦੇ ਵਿੱਚ ਇੱਕ ਨਵੀਂ ਇੱਟ ਕਿਸੇ ਕੇਂਦਰੀ ਪ੍ਰੋਜੈਕਟ ਦੀ ਜਾਂ ਕਿਸੇ ਸਕੀਮ ਦੀ ਲੱਗੀ ਆਪ ਤੁਹਾਨੂੰ ਸਾਨੂੰ ਨਜ਼ਰ ਨਹੀਂ ਆ ਰਹੀ। ਅਸੀਂ ਉਹ ਅਣਖੀਲੇ ਯੋਧਿਆਂ ਦੇ ਵਾਰਸ ਹਾਂ ਜਿਨ੍ਹਾਂ ਨੇ ਵਿਦੇਸ਼ੀ ਧਾੜਵੀਆਂ ਦੇ ਮੂੰਹ ਮੋੜੇ ਸਨ, ਵਿਦੇਸ਼ੀ ਜਰਵਾਣਿਆਂ ਨੂੰ ਧੱਕ ਕੇ ਨੁਕਰੇ ਲਾ ਦਿੱਤਾ ਸੀ। ਜਦੋਂ ਦੇਸ਼ ਦੀ ਵੰਡ ਹੋਈ ਸਭ ਤੋਂ ਵੱਧ ਮਾਰ ਇਸ ਇਲਾਕੇ ਨੇ ਝੱਲੀ। ਸਾਡਾ ਸਭ ਤੋਂ ਜ਼ਿਆਦਾ ਜਾਨੀ ਤੇ ਮਾਲੀ ਨੁਕਸਾਨ ਹੋਇਆ। ਘਰ-ਬਾਰ ਸਾਡੇ ਪਿਓ ਦਾਦਿਆਂ ਬਜ਼ੁਰਗਾਂ ਦੀਆਂ ਜਾਇਦਾਦਾਂ ਖੁੱਲੇ ਘਰ-ਬਾਰ ਛੱਡ ਕੇ ਅਸੀਂ ਇਸ ਇਲਾਕੇ ਦੇ ਵਿੱਚ ਇਸ ਖਿੱਤੇ ਦੇ ਵਿੱਚ ਅਸੀਂ ਆਪਣਾ ਘਰ ਸੰਜੋ ਕੇ ਰੱਖਿਆ। ਹੁਣ ਕੀ ਹੋਇਆ ਸਾਨੂੰ? ਇਸ ਵਾਰ 25 ਲੱਖ ਦੀ ਸਾਡੀ ਆਬਾਦੀ ਏ ਔਰ 15 ਲੱਖ ਤੋਂ ਵੱਧ ਦੇ ਵੋਟਰ ਨੇ। ਸਿਰਫ ਸਾਡੇ ਅਣਭੋਲਪੁਣੇ 'ਚ ਜਾਂ ਸਾਡੀ ਜ਼ਿਆਦਾ ਵਿਸ਼ਵਾਸ ਦੇ ਵਿੱਚ ਪਿਛਲੇ 25 ਸਾਲ ਤੋਂ ਨੁਮਾਇੰਦੇ ਬਾਹਰੋਂ ਆਈ ਗਏ ਔਰ ਅਸੀਂ ਇਸ ਚੀਜ਼ ਨੂੰ ਜਰਦੇ ਗਏ। ਗੁਰਦਾਸਪੁਰ ਲੋਕ ਸਭਾ ਹਲਕੇ ਦੇ ਵਿੱਚ ਕਿਸੇ ਪਾਸਿਓਂ ਸ਼ੁਰੂ ਕਰ ਲਵੋ, ਜੇ ਬਟਾਲੇ ਤੋਂ ਸ਼ੁਰੂ ਕਰੋ ਤੇ ਜੋ ਬੁਰਾ ਹਾਲ ਇੰਡਸਟਰੀ ਦਾ ਹੈ, ਜਿੱਥੇ ਰੋਜ਼ਗਾਰ ਦੇ ਸਾਧਨ ਨਹੀਂ ਹੈਗੇ ਉੱਥੇ ਲੋਕ ਕਰਜ਼ੇ 'ਚ ਡੁੱਬ ਚੁੱਕੇ ਨੇ ਔਰ ਇਹ ਖਤਮ ਹੋਣ ਦੇ ਕਿਨਾਰੇ ਤੇ ਬੈਠੀ ਏ ਇੰਡਸਟਰੀ ਜਿਹੜੀ। ਇਹਨੂੰ ਇੱਕ ਹੁਲਾਰੇ ਦੀ ਜ਼ਰੂਰਤ ਸੀ। ਅਸੀਂ ਲੋਕ ਰਵਾਇਤੀ ਖੇਤੀ ਕਰਦੇ ਹਾਂ ਕਿਉਂਕਿ ਬਾਰਡਰ ਦੇ ਇਲਾਕੇ ਹੋਣ ਕਰਕੇ ਇੱਥੇ ਨਾ ਕੋਈ ਵੱਡੀ ਇੰਡਸਟਰੀ ਲੱਗ ਸਕੀ ਹੈ ਔਰ ਜਦੋਂ ਵੀ ਜਾਂਦੇ ਆ ਇੱਕੋ ਗੱਲ ਕਹਿ ਕੇ ਮੁਕਾ ਦਿੱਤੀ ਜਾਂਦੀ ਹੈ ਕਿ ਬਾਰਡਰ ਇਹ ਬੜਾ ਸੈਂਸਿਟਿਵ ਸੂਬਾ ਹੈ। ਤੇ ਜੇ ਸਾਡੀ ਇੱਥੇ ਕਣਕ ਤੇ ਝੋਨੇ ਦੀ ਸਭ ਤੋਂ ਵੱਧ ਪੈਦਾਵਾਰ ਹੁੰਦੀ ਹੈ, ਉਹਦੇ ਲਈ ਸਾਨੂੰ ਕਣਕ ਲਈ ਅਸੀਂ ਇੱਕ ਗੱਲ ਕੀਤੀ ਸੀ। ਫਤਿਹਗੜ੍ਹ ਚੂੜੀਆਂ ਦੀ ਇੱਕ ਬੈਲਟ ਦੇ ਵਿੱਚ ਇੱਕ ਇੰਡੀਅਨ ਕਾਉਂਸਲ ਆਫ ਐਗਰੀਕਲਚਰ ਰਿਸਰਚ ਦਾ ਕੇਂਦਰੀ ਜਿਹੜਾ ਵੀਟ ਰਿਸਰਚ ਇੰਸਟੀਚਿਊਟ ਹੈ ਉਹਦਾ ਇੱਕ ਕੇਂਦਰ ਖੋਲ ਕੇ ਸਾਡੀ ਜਿੱਥੇ ਪੈਦਾਵਾਰ ਵਧਾਉਣ ਦੇ ਵਿੱਚ ਉਹ ਸਹਾਈ ਹੋਵੇਗਾ, ਸੋਧੇ ਹੋਏ ਬੀਜ ਸਾਨੂੰ ਦੇਣ ਦੇ ਵਿੱਚ ਇਹਦਾ ਅਹਿਮ ਯੋਗਦਾਨ ਰਹੇਗਾ। ਇਸ ਇਲਾਕੇ ਦੇ ਵਿੱਚ ਪੰਜਾਬ ਦੀਆਂ 14 ਚੱਲਦੀਆਂ ਗੰਨਾ ਮਿੱਲਾਂ ਵਿੱਚੋਂ 8 ਗੰਨਾ ਮਿੱਲਾਂ ਨੂੰ ਇਸ ਇਲਾਕੇ ਦੇ ਵਿੱਚੋਂ ਗੰਨਾ ਜਾਂਦਾ, ਜਿਨ੍ਹਾਂ ਦੀ ਰੋਜ਼ ਦੀ ਪੀੜਨ ਸਮਰੱਥਾ ਜਿਹੜੀ ਹੈ 40,000 ਟਨ ਤੋਂ ਵੱਧ ਦੀ ਹੈਗੀ ਹੈ। ਜੇ 8 ਗੰਨਾ ਮਿੱਲਾਂ ਨੂੰ ਇਸ ਇਲਾਕੇ ਦਾ ਗੰਨਾ ਜਾਂਦਾ ਤਾਂ ਇੱਥੇ ਗੰਨਾ ਸੁਧਾਰ ਕੇਂਦਰ ਦੀ ਲੋੜ ਸੀ। ਬੜੇ ਲੰਬੇ ਸਮੇਂ ਤੋਂ ਸੰਘਰਸ਼ ਕੀਤਾ ਜਾਂਦਾ ਰਿਹਾ, ਇਲਾਕੇ ਦੇ ਵਿੱਚ ਇਹਦਾ ਮਸਲਾ ਚੁੱਕਿਆ ਗਿਆ। ਬਟਾਲੇ ਦੀ ਗੰਨਾ ਸ਼ੂਗਰ ਮਿਲ ਹੈ ਜਾਂ ਪਨਿਆੜ ਦੀ ਹੈ ਜਾਂ ਅਜਨਾਲੇ ਦੀ ਹੈ, ਭੋਗਪੁਰ ਦੀਆਂ ਕੋਆਪਰੇਟਿਵ ਸ਼ੂਗਰ ਮਿੱਲਾਂ ਨਹੀਂ ਹੈ, ਪ੍ਰਾਈਵੇਟ ਦੇ ਵਿੱਚ ਬੁੱਟਰ ਸ਼ੂਗਰ ਮਿਲ ਹੈ। ਉਸ ਤੋਂ ਬਾਅਦ ਏਬੀ ਗ੍ਰੇਨਸ ਦੀ ਹੈ ਕੀੜੀ ਅਫਗਾਨਾ ਦੇ ਵਿੱਚ। ਉਸ ਤੋਂ ਬਾਅਦ ਅਗਲੇ ਪਾਸੇ ਜਿਹੜੀ ਮੁਕੇਰੀਆਂ ਦੀ ਆਂਦੀ ਹੈ ਜਾਂ ਦਸੂਆ ਦੀ ਸ਼ੂਗਰ ਮਿਲ ਆਂਦੀ ਹੈ। ਇੱਥੇ ਕੇਂਦਰ ਸਰਕਾਰ ਦਾ ਇੰਡੀਅਨ ਇੰਸਟੀਚਿਊਟ ਆਫ ਸ਼ੂਗਰ ਕੇਨ ਰਿਸਰਚ ਸੀ, ਉਹ ਅੱਤ ਲੋੜੀਂਦਾ ਹੈ। ਜਿਹੜਾ ਪੰਜਾਬ ਸਰਕਾਰ ਕਰ ਰਹੀ ਹੈ ਉਹ ਲੋੜ ਮੁਤਾਬਕ ਉਦਮ ਹੈ, ਉਹਨੂੰ ਇੱਕ ਹੁਲਾਰੇ ਦੀ ਸਖਤੀ ਨਾਲ ਜ਼ਰੂਰਤ ਹੈ। ਸਾਡਾ ਜਿਹੜਾ ਕਾਦੀਆਂ ਤੋਂ ਬਿਆਸ ਦਾ ਰੇਲ ਲਿੰਕ ਸੀ ਉਹ ਕਿਸ ਖਾਤੇ 'ਚ ਚਲਾ ਗਿਆ ਸਮਝ ਨਹੀਂ ਆ ਰਿਹਾ। ਲੰਬਾ ਸਮਾਂ ਪ੍ਰਧਾਨ ਮੰਤਰੀ ਜੀ ਕੋਲ ਜਾ ਕੇ ਸਪੈਸ਼ਲ ਪਰਪਸ ਵਹੀਕਲ ਡਿਜ਼ਾਈਨ ਕਰਕੇ ਇਹ ਗੱਲ ਬਣੀ ਸੀ। ਧਾਰੀਵਾਲ ਦੀ ਵੂਲਨ ਮਿਲ ਹੈ ਜਿਹੜੀ ਸਾਡੀ ਲੰਬੇ ਸਮੇਂ ਤੋਂ ਬੰਦ ਆ ਰਹੀ ਹੈ। ਇਹ ਕਿਸੇ ਜ਼ਮਾਨੇ 'ਚ ਦੁਨੀਆ ਦੀ ਐਸੀ ਇਹ ਵੂਲਨ ਮਿਲ ਸੀ ਜਿਹਦੇ ਵਿੱਚ ਭਾਰਤ ਦੀਆਂ ਸਾਰੀਆਂ ਡਿਫੈਂਸ ਫੋਰਸਿਸ ਨੂੰ ਇੱਥੋਂ ਕੱਪੜਾ ਬਣ ਕੇ ਜਾਂਦਾ ਸੀਗਾ। ਆਸਟ੍ਰੇਲੀਆ ਤੋਂ ਇੰਪੋਰਟ ਹੁੰਦਾ ਸੀ ਔਰ ਇੱਥੇ ਇਸ ਬ੍ਰਾਂਡ ਦਾ ਇੰਨਾ ਨਾਂ ਸੀਗਾ। ਉਹ ਇੱਕ ਐਡਮਿਨਿਸਟ੍ਰੇਟਿਵ ਆਰਡਰ ਹੈ ਕੇਂਦਰ ਸਰਕਾਰ ਕੋਲੋਂ। ਸਾਡੇ ਲੋਕ ਸਭਾ ਦੇ ਨੁਮਾਇੰਦੇ ਪਿਛਲੇ ਲੰਬੇ ਸਮੇਂ 'ਚ ਕੁਝ ਨਹੀਂ ਕਰ ਸਕੇ ਇਸ ਦੇ ਉੱਤੇ। ਅੱਗੇ ਚੱਲਦੇ ਹਾਂ, ਜਿਹੜੀ ਸਾਡੀ ਪਲਾਈਬੋਰਡ ਦੀ ਇੰਡਸਟਰੀ ਸੀ ਦੀਨਾਨਗਰ ਦੇ ਇਰਦ ਗਿਰਦ, ਇਹ ਜੇ ਦਰਿਆ ਪਾਰ ਕਰਕੇ ਦੂਸਰੇ ਪਾਸੇ ਚਲੇ ਜਾਓ ਧੰਨਾ ਸੇਠਾਂ ਦੇ ਇਲਾਕਿਆਂ ਦੇ ਵਿੱਚ ਸਾਡੀ ਮਿੱਟੀ ਦੇ ਭਾਅ ਖਰੀਦੀ ਗਈ ਪਲਾਈ, ਪਾਪੂਲਰ, ਸਫੈਦਾ, ਉਹ ਉੱਥੇ ਉਸ ਭਾਅ ਤੇ ਖਰੀਦ ਲੈਂਦੇ ਨੇ ਤੇ ਮੁੜ ਕੇ ਨਵੇਂ ਠੱਪੇ ਲੱਗ ਕੇ ਅਸਮਾਨ ਛੂੰਦੀਆਂ ਕੀਮਤਾਂ ਤੇ ਉਹ ਵਿਕਦਾ ਹੈ।
ਇੱਥੇ ਇੱਕ ਸਭ ਤੋਂ ਵੱਡੀ ਜਿਹੜੀ ਐਗਰੋ ਫੋਰੈਸਟਰੀ ਦੀ ਸਨਅਤ ਦੀ ਜ਼ਰੂਰਤ ਸੀ, ਉਹਦੇ ਤੇ ਕੋਈ ਕੰਮ ਨਹੀਂ ਹੋ ਪਾ ਰਿਹਾ। ਉਸ ਤੋਂ ਅੱਗੇ ਚਲੇ ਜਾਈਏ ਅਸੀਂ, ਜੇ ਭੋਆ ਤੇ ਸੁਜਾਨਪੁਰ ਦੇ ਇਲਾਕੇ ਦੇ ਵਿੱਚ ਜਿਸ ਤਰ੍ਹਾਂ ਲੀਚੀ ਤੇ ਅੰਬ ਦੀ ਪੈਦਾਵਾਰ ਸਭ ਤੋਂ ਜ਼ਿਆਦਾ ਹੁੰਦੀ ਹੈ, ਇੱਕ ਰਾਤ ਦੇ ਵਿੱਚ ਜੇ ਹਨੇਰੀ ਆ ਜਾਵੇ ਤੇ ਜ਼ਮੀਨ ਅਸਮਾਨ ਇੱਕ ਹੋ ਜਾਂਦਾ ਆਮ ਕਿਸਾਨ ਲਈ, ਜਿਹਨੇ ਸਾਰਾ ਸਾਲ ਇਸ ਫਸਲ ਦੀ ਵੇਟ ਕੀਤੀ ਹੁੰਦੀ ਹੈ। 30 ਤੋਂ 35 ਰੁਪਏ ਦੇ ਕੋਲ ਕਿਲੋ ਲੀਚੀ ਵਿਕਦੀ ਹੈ, ਜਿਹੜੀ ਕਿ ਲਾਗਲੇ ਇਲਾਕਿਆਂ ਦੇ ਵਿੱਚ ਜਲੰਧਰ, ਲੁਧਿਆਣਾ, ਚੰਡੀਗੜ੍ਹ ਦੇ ਵਿੱਚ 150 ਰੁਪਏ ਤੋਂ ਸ਼ੁਰੂ ਹੋ ਜਾਂਦੀ ਹੈ। ਇੱਕ ਫੂਡ ਪ੍ਰੋਸੈਸਿੰਗ ਇੰਡਸਟਰੀ ਦੀ ਪਲੈਨਿੰਗ ਕਮਿਸ਼ਨ ਤੱਕ ਮੰਗ ਕੀਤੀ ਗਈ, ਉਹ ਹੱਲੇ ਠੰਡੇ ਬਸਤੇ 'ਚ ਪਈ ਹੈ। ਕਿਉਂ? ਪਿਛਲੇ 10 ਸਾਲ ਤੋਂ ਜਿਹੜਾ ਲੋਕ ਸਭਾ ਦੇ ਵਿੱਚ ਨੁਮਾਇੰਦਗੀ ਹੈ ਉਹ ਕੇਂਦਰ ਸਰਕਾਰ ਦੇ ਵਿੱਚ, ਉਹਨੂੰ ਪਹਿਲਾਂ ਪੁੱਛਣਾ ਹੁੰਦਾ। ਐਸੇ ਮਹਾਰਥੀ ਆਏ ਨੇ ਜਿਨ੍ਹਾਂ ਨੇ ਸਾਡੇ ਇਲਾਕੇ 'ਚ ਕਦੇ ਸੋਚਣ ਬਾਰੇ ਦੀ ਗੱਲ ਹੀ ਬੜੀ ਦੂਰ ਦੀ ਏ, ਕਦੇ ਆ ਕੇ ਮੌਕੇ ਤੇ ਮੌਜੂਦ ਜਿਹੜੇ ਮੈਂਬਰ ਨੇ ਸਾਡੇ, ਉਹਨਾਂ ਨੇ ਤੇ ਆਪਣਾ ਸਰਟੀਫਿਕੇਟ ਲੈਣਾ ਵੀ ਮੁਨਾਸਿਬ ਨਹੀਂ ਸਮਝਿਆ। ਅੱਗੋਂ ਪਠਾਨਕੋਟ ਦੇ ਉੱਤੇ ਜਿਹੜੀ 에ਅਰਪੋਰਟ ਦੀ ਗੱਲ ਸੀਗੀ ਕਿ ਇੱਥੋਂ ਅੰਤਰਰਾਸ਼ਟਰੀ ਉਡਾਨਾਂ ਚੱਲਣਗੀਆਂ, ਉਸ ਦੇ ਨਾਲ ਲੱਗਦੇ ਜਿਹੜੇ ਦੋ ਸਾਡੇ ਪ੍ਰਦੇਸ਼ ਨੇ, ਜੰਮੂ ਕਸ਼ਮੀਰ ਹੋ ਗਿਆ ਜਾਂ ਹਿਮਾਚਲ ਹੋ ਗਿਆ, ਉੱਥੋਂ ਇਹ ਅੰਤਰਰਾਸ਼ਟਰੀ ਉਡਾਨਾਂ ਚੱਲਣਗੀਆਂ। ਉਹ ਗੱਲ ਤੇ ਬੜੀ ਦੂਰ ਦੀ ਹੋਈ, ਸਾਡੀ ਡੋਮੈਸਟਿਕ ਉਡਾਨਾਂ ਬੰਦ ਹੋ ਗਈਆਂ। ਇਹ ਐਸਾ ਇੱਕ ਲੋਕ ਸਭਾ ਦਾ ਇਲਾਕਾ ਹੈ ਜਿਹੜਾ ਅੰਤਰਰਾਸ਼ਟਰੀ ਬਾਰਡਰ ਦੇ ਉੱਤੇ ਹੈਗਾ, ਜਿੱਥੇ ਨਾ ਤੇ ਸਾਡੀ ਰਾਜਧਾਨੀ ਨੂੰ ਸਿੱਧਾ ਕੋਈ ਸੰਪਰਕ ਹੈ ਰੇਲ ਦਾ ਜਾਂ ਕੋਈ ਹਾਈਵੇ ਦਾ, ਨਾ ਕੇਂਦਰ ਦੇ ਵਿੱਚ ਦਿੱਲੀ ਦੇ ਨਾਲ ਸਾਡਾ ਕੋਈ ਸੰਪਰਕ ਹੈ। ਉਸ ਤੋਂ ਅੱਗੇ ਆ ਜਾਂਦਾ ਹੈ ਕਿ ਜਦੋਂ ਇੰਨਾ ਲੰਬਾ ਸੰਘਰਸ਼ ਕਰਨ ਦੇ ਬਾਅਦ ਜਦੋਂ ਇਸ ਇਲਾਕੇ ਦੇ ਵਿੱਚ ਸਭ ਤੋਂ ਵੱਧ ਜੰਗੀ ਸ਼ਹੀਦ ਪਰਿਵਾਰ ਇਸ ਇਲਾਕੇ ਦੇ ਵਿੱਚ ਦੇ ਨੇ, ਔਰ ਸਭ ਤੋਂ ਜ਼ਿਆਦਾ ਸਾਬਕਾ ਫੌਜੀ ਸਾਡੇ ਲੋਕ ਸਭਾ ਹਲਕਾ ਗੁਰਦਾਸਪੁਰ ਦੇ ਨੇ, ਕਦੇ ਕਿਸੇ ਨੇ ਇਹ ਨਹੀਂ ਕੋਸ਼ਿਸ਼ ਕੀਤੀ, ਜੇ ਕੇਂਦਰ ਸਰਕਾਰ ਦਾ ਕੋਈ ਆਪਣਾ ਫਰਜ਼ ਨਹੀਂ ਬਣਦਾ, ਜੇ ਪਾਰਟੀ ਨੇ ਆਪਣਾ ਨੁਮਾਇੰਦਾ 2000 ਕਿਲੋਮੀਟਰ ਤੋਂ ਲਿਆ ਕੇ ਸਾਡੇ ਸਿਰ ਤੇ ਬਿਠਾ ਦਿੱਤਾ, ਔਰ ਸਾਡੇ ਲੋਕਾਂ ਨੇ ਵੀ ਭਾਈਚਾਰੇ ਦਾ ਗੱਲ ਸੁਣ ਕੇ ਉਸ 'ਚ ਵਰਗਲਾਏ ਗਏ ਔਰ ਰਿਕਾਰਡ ਤੋੜ ਵੋਟਾਂ ਦੇ ਨਾਲ ਉਹਨੂੰ ਜਿੱਤ ਦਿੱਤੀ। ਉਹਨਾਂ ਕਦੇ ਆ ਕੇ ਵਾਪਸ ਇੰਨਾ ਲੰਬਾ ਸਮਾਂ ਸਾਡਾ ਕਿਸਾਨੀ ਦਾ ਸੰਘਰਸ਼ ਚੱਲਿਆ, ਕਿਸੇ ਨੇ ਪਰਵਾਹ ਨਹੀਂ ਕੀਤੀ। ਕਰੋਨਾ ਕਾਲ ਆਇਆ, ਉਸ ਤੋਂ ਬਾਅਦ ਹੁਣ ਹੜ੍ਹ ਆਏ ਨੇ, ਪਹਿਲਾਂ ਰਾਵੀ 'ਚ ਹੜ੍ਹ ਆਏ, ਫਿਰ ਸਾਡੇ ਨਾਲ ਬਿਆਸ ਦੇ ਹੜ੍ਹਾਂ ਦੇ ਵਿੱਚ ਕਈ ਬੰਨ ਟੁੱਟ ਗਏ, ਤੁਸੀਂ ਟੁੱਟ ਗਈ, ਕਿਸੇ ਨੇ ਪਰਵਾਹ ਹੀ ਨਹੀਂ ਕੀਤੀ। ਇਹਦਾ ਇਹ ਨਹੀਂ ਮਤਲਬ ਵੀ ਅਸੀਂ ਕੋਈ ਵਿਚਾਰੇ ਜਾਂ ਲਾਚਾਰਗੀ ਵਾਲੀ ਗੱਲ ਕਰਦੇ ਹਾਂ। ਅਸੀਂ ਉਹ ਬਜ਼ੁਰਗਾਂ ਦੀ ਗੱਲ ਤੋਂ ਸੇਧ ਲੈਂਦਿਆਂ ਹੋਇਆਂ ਕਹਿੰਦੇ ਹਾਂ ਕਿ ਇਸ ਵਾਰ ਲੋਕ ਸਭਾ ਚੋਣਾਂ ਆਣ ਸਿਰ ਤੇ ਖਲੋਤੀਆਂ ਨੇ, ਉਹ ਨੁਮਾਇੰਦਾ ਚੁਣਾਂਗੇ। ਉਹ ਨੁਮਾਇੰਦਾ ਚੁਣਨ ਲਈ ਅਸੀਂ ਹਰ ਸੰਭਵ ਯੋਗਦਾਨ ਪਾਵਾਂਗੇ, ਜਿਹਦਾ ਕੋਈ ਰਿਸ਼ਤੇਦਾਰ ਲਾਗੇ ਲੱਭ ਸਕਦਾ ਹੋਵੇ, ਸਾਕ ਸੰਬੰਧੀ ਹੋਵੇ, ਸੱਜਣ ਮਿੱਤਰ ਹੋਵੇ, ਜਾਂ ਉਹਦਾ ਸਕੂਲ ਕਾਲਜ ਦਾ ਕੋਈ ਸਹਿਪਾਠੀ ਹੋਵੇ, ਉਹਦੇ ਨਾਲ ਕੋਈ ਪੜ੍ਹਿਆ ਲਿਖਿਆ ਹੋਵੇ, ਪਤਾ ਤੇ ਲੱਗੇ ਕਿਹੜਾ ਕਿੱਥੋਂ ਦਾ ਰਹਿਣ ਵਾਲਾ, ਉਹਦੇ ਕੋਈ ਨਾਨਕੇ, ਕੋਈ ਦਾਦਕੇ, ਕੋਈ ਗੱਲ ਤੇ ਕਿਸੇ ਨੂੰ ਕੋਈ ਪੁੱਛ ਪ੍ਰਤੀਤ ਕਰਨ ਵਾਲਾ ਤੇ ਹੋਵੇ। ਇਹ ਥੋੜਾ ਬਾਹਰੋਂ ਲਿਆਂਦਾ ਤੇ ਸਾਡੇ ਮੋਢਿਆਂ ਤੇ ਚੜ੍ਹ ਕੇ ਉਹ ਸੱਤਾ ਦਾ ਸੁੱਖ ਮਾਣਦੇ ਰਹਿਣ, ਜੋ ਮਰਜ਼ੀ ਕਰਨਾ ਕਰੋ, ਲੇਕਿਨ ਸਾਡਾ ਇਲਾਕਾ ਅਣਖੀਲੇ ਯੋਧਿਆਂ ਦਾ ਇਲਾਕਾ ਤੇ ਅਸੀਂ ਉਹਨਾਂ ਦੇ ਨਿਮਾਣੇ ਜਿਹੇ ਵਾਰਿਸ ਹਾਂ। ਇਸ ਵਾਰ ਜ਼ਰੂਰ ਕੁਝ ਕਰ ਗੁਜ਼ਰਾਂਗੇ, ਬਹੁਤਾ ਸਮਾਂ ਨਹੀਂ ਲੰਘਣਾ। ਆਉਂਦੇ ਦਿਨਾਂ ਦੇ ਵਿੱਚ ਇਹ 3 ਮਹੀਨਿਆਂ ਦੇ ਵਿੱਚ ਹੀ ਸਾਨੂੰ ਇਹ ਨਤਾਰਾ ਫੈਸਲਾ ਕਰਨਾ ਪੈਣਾ ਕਿ ਅਸੀਂ 25 ਸਾਲ ਤੋਂ ਧੱਕੇ ਦੇ ਨਾਲ ਸਹਿ ਰਹੇ ਹਾਂ। ਇੱਕ ਵਾਰ ਜਦੋਂ ਸਾਡਾ ਲੋਕਲ ਨੁਮਾਇੰਦਾ ਆਇਆ, ਉਹ ਤੇ ਵਿਚਾਰਾ ਇਹਨਾਂ ਦੇ ਹੀ ਚਾਰਾਜੋਈ ਕਰਦਿਆਂ ਸਮਾਂ ਨਿਕਲ ਗਿਆ। ਹੁਣ ਸਮਾਂ ਹੈ ਆਪਾਂ ਰਲ ਮਿਲ ਕੇ ਜ਼ਰੂਰ ਕੁਝ ਕਰ ਗੁਜ਼ਰਾਂਗੇ। ਆਪ ਜੇ ਹੁਣ ਨਹੀਂ ਤੇ ਕਦੇ ਨਹੀਂ।